ਸਤਿ ਸ਼੍ਰੀ ਅਕਾਲ ਜੀ। ਮੈਂ ਲਵਪ੍ਰੀਤ ਕੌਰ ਹਾਜ਼ਰ ਹਾਂ ਜੀ ਦਿਆਲ ਕੌਰ ਜੀ ਦੁਆਰਾ ਲਿਖੀ ਗਈ ਅੱਜ ਦੀ ਕਹਾਣੀ ਲੈ ਕੇ। ਕਹਾਣੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ। ਆਓ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ। ਜਨਵਰੀ ਮਹੀਨੇ ਦੀ 9 ਤਰੀਕ ਨੂੰ ਧੁੰਦ ਨੇ ਸਾਰਾ ਆਲਾ ਦੁਆਲਾ ਆਪਣੇ ਵਿੱਚ ਸਮੇਟਿਆ ਹੋਇਆ ਸੀ। ਜ਼ਰੂਰੀ ਕੰਮਾਂ ਕਾਰਨ ਲੋਕ ਆਪਣੇ ਸਾਈਕਲਾਂ, ਸਕੂਟਰਾਂ, ਕਾਰਾਂ, ਬੱਸਾਂ ਰਾਹੀਂ ਆਪੋ ਆਪਣੇ ਕੰਮਾਂ 'ਤੇ ਜਾ ਰਹੇ ਸਨ। ਮੈਂ ਵੀ ਆਪਣੇ ਕੰਮ 'ਤੇ ਜਾਣ ਲਈ ਸਕੂਟਰ ਬਾਹਰ ਕੱਢਿਆ ਸੀ। ਉਦੋਂ ਹੀ ਮੇਰੇ ਪਰਸ ਵਿੱਚ ਪਏ ਮੋਬਾਈਲ ਦੀ ਬੈਲ ਵੱਜਣੀ ਸ਼ੁਰੂ ਹੋ ਗਈ। ਮੈਂ ਫ਼ੋਨ ਕੱਢ ਕੇ ਕਾਲ ਸੁਣਨ ਲੱਗ ਪਈ। ਉਹ ਫ਼ੋਨ ਮੇਰੇ ਬਹੁਤ ਨਜ਼ਦੀਕੀ ਰਿਸ਼ਤੇਦਾਰ ਦਾ ਸੀ। ਉਸਨੇ ਮੇਰਾ ਹਾਲ ਚਾਲ ਪੁੱਛਣ ਤੋਂ ਉਪਰੰਤ ਆਪਣੇ ਪਿੰਡ ਵਿੱਚ ਵਾਪਰੀ ਘਟਨਾ ਦਾ ਜ਼ਿਕਰ ਕੀਤਾ। ਦੱਸ ਰਹੀ ਸੀ ਹੁਣੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚੋਂ ਭਾਈ ਜੀ ਸਪੀਕਰ ਰਾਹੀਂ ਉੱਚੀ ਉੱਚੀ ਬੋਲ ਰਹੇ ਸਨ। ਅਵਤਾਰ ਸਿੰਘ ਦੀ ਪਤਨੀ ਸਵਰਗ ਸਿਧਾਰ ਗਈ। ਸਾਰੇ ਪਿੰਡ ਵਾਸੀ ਅੰਤਿਮ ਸੰਸਕਾਰ ਲਈ ਪਹੁੰਚਣ। ਜਦੋਂ ਅੰਤਿਮ ਸੰਸਕਾਰ ਲਈ ਲੋਕ ਇਕੱਠੇ ਹੋ ਰਹੇ ਸਨ, ਹਰ ਕੋਈ ਇਹ ਕਹਿ ਰਿਹਾ ਸੀ, ਰਾਜ ਦੇ ਕੇ ਵੀ ਪਾਲ ਕੌਰ ਨੂੰ ਸੌਕਣ ਨੇ ਤਾਂ ਕੀ ਪੁੱਛਣਾ ਸੀ। ਉਸਦੇ ਪਤੀ ਨੇ ਵੀ ਉਸਦੀ ਪੁੱਛਗਿੱਛ ਪ੍ਰਤੀਤ ਨਹੀਂ ਕੀਤੀ। 4 ਦਹਾਕੇ ਪਹਿਲਾਂ ਪਾਲ ਕੌਰ ਦਾ ਵਿਆਹ ਅਵਤਾਰ ਸਿੰਘ ਨਾਲ ਬੜੀ ਧੂਮ-ਧਾਮ ਨਾਲ ਹੋਇਆ ਸੀ, ਕਿਉਂਕਿ ਅਵਤਾਰ ਸਿੰਘ ਵੀ 3 ਭੈਣਾਂ ਦਾ ਇੱਕੋ ਇੱਕ ਭਰਾ ਸੀ। ਸੁੱਖ ਨਾਲ ਜ਼ਮੀਨ ਬਥੇਰੀ ਸੀ। ਜ਼ਮੀਨ ਤੇ ਖੇਤੀ ਉਸਦਾ ਪਿਓ ਆਪ ਕਰਦਾ ਸੀ। ਇਸ ਕਰਕੇ ਅਵਤਾਰ ਖੇਤੀ ਦੇ ਕੰਮ ਵਿੱਚ ਨਹੀਂ ਲੱਗਿਆ। ਉਸਨੇ ਆਪਣਾ ਕਾਰੋਬਾਰ ਦਿੱਲੀ ਜਾ ਕੇ ਸ਼ੁਰੂ ਕਰ ਲਿਆ। ਉਸਦੀ ਪਤਨੀ ਵੀ ਹਮੇਸ਼ਾ ਉਸਦੇ ਨਾਲ ਹੀ ਰਹਿੰਦੀ ਸੀ। ਪਾਲ ਕੌਰ ਬੜੀ ਸੋਹਣੀ ਸੁਨੱਖੀ, ਸੀਰਤ ਤੇ ਸੂਰਤ ਵਾਲੀ ਗੋਰੀ ਚਿੱਟੀ ਮੁਟਿਆਰ ਸੀ। ਵਿਆਹ ਹੋਏ ਨੂੰ 4-5 ਸਾਲ ਬੀਤ ਚੁੱਕੇ ਸਨ। ਪਾਲ ਕੌਰ ਦੀ ਗੋਦ ਹਰੀ ਨਹੀਂ ਹੋਈ, ਭਾਵ ਉਹ ਅਵਤਾਰ ਸਿੰਘ ਦੇ ਬੱਚੇ ਦੀ ਮਾਂ ਨਹੀਂ ਬਣ ਸਕੀ। ਪਰ ਇਸ ਗੱਲ ਦੀ ਅਵਤਾਰ ਸਿੰਘ ਨੂੰ ਕੋਈ ਚਿੰਤਾ ਨਹੀਂ ਸੀ। ਪਰ ਉਸਦੇ ਮਾਪੇ ਇਸ ਗੱਲ ਤੋਂ ਸੰਤੁਸ਼ਟ ਨਹੀਂ ਸਨ। ਉਹ ਚਾਹੁੰਦੇ ਸਨ ਕਿ ਸਾਡੇ ਘਰ ਵਿੱਚ ਵੀ ਕੋਈ ਵਾਰਸ ਆਵੇ। ਪਾਲ ਕੌਰ ਤੇ ਅਵਤਾਰ ਸਿੰਘ ਬਥੇਰੇ ਡਾਕਟਰਾਂ ਕੋਲ ਫਿਰਦੇ ਰਹੇ। ਕਿਸੇ ਥਾਂ ਤੋਂ ਪਾਲ ਕੌਰ ਦੀ ਕੁੱਖ ਹਰੀ ਨਹੀਂ ਹੋਈ। ਅਵਤਾਰ ਸਿੰਘ ਦੇ ਮਾਪਿਆਂ ਨੇ ਇਹ ਜਿੱਦ ਫੜੀ ਹੋਈ ਸੀ ਕਿ ਸਾਨੂੰ ਤਾਂ ਕੋਈ ਵਾਰਸ ਚਾਹੀਦਾ ਹੈ। ਇੱਕ ਦਿਨ ਜਦੋਂ ਅਵਤਾਰ ਸਿੰਘ ਦਿੱਲੀ ਤੋਂ ਆਪਣੇ ਘਰ ਮਾਪਿਆਂ ਨੂੰ ਮਿਲਣ ਆਇਆ, ਅਗਲੇ ਦਿਨ ਉਸਦੀ ਮਾਤਾ ਤੇ ਪਿਤਾ ਨੇ ਉਸਨੂੰ ਖੇਤਾਂ ਵਿੱਚ ਬਿਠਾ ਕੇ ਸਮਝਾਉਣ ਲੱਗੇ, ਜੇ ਤੇਰੇ ਘਰ ਕੋਈ ਬੱਚੇ ਨੇ ਜਨਮ ਨਹੀਂ ਲਿਆ ਤਾਂ ਇਸ ਜ਼ਮੀਨ ਜਾਇਦਾਦ ਨੂੰ ਕੌਣ ਸਾਂਭੇਗਾ। ਇਹ ਸੁਣ ਕੇ ਅਵਤਾਰ ਸਿੰਘ ਵੀ ਸੋਚੀ ਪੈ ਗਿਆ। ਉਸਨੇ ਆਪਣੀ ਮਾਂ ਤੇ ਪਿਤਾ ਨੂੰ ਪੁੱਛਿਆ, ਮੈਂ ਹੁਣ ਕੀ ਕਰ ਸਕਦਾ ਹਾਂ। ਉਹਨਾਂ ਨੇ ਪਹਿਲਾਂ ਹੀ ਸੋਚਿਆ ਹੋਇਆ ਸੀ। ਇੱਕੋ ਇੱਕ ਹੱਲ ਹੈ। ਅਵਤਾਰ ਸਿੰਘ ਨੂੰ ਦੂਜਾ ਵਿਆਹ ਕਰਵਾਉਣ ਲਈ ਕਹਿਣ ਲੱਗੇ। ਅਵਤਾਰ ਸਿੰਘ ਲਈ ਇਹ ਇੰਨਾ ਸੌਖਾ ਕੰਮ ਨਹੀਂ ਸੀ। ਉਹ ਉਸੇ ਸਮੇਂ ਹਾਂ ਜਾਂ ਨਾ ਦਾ ਜਵਾਬ ਦੇ ਦਿੰਦਾ। ਉਸਨੇ ਆਪਣੀ ਧਰਮ ਪਤਨੀ ਨਾਲ ਵੀ ਸਲਾਹ ਕਰਨੀ ਸੀ ਕਿ ਉਹ ਉਸਦੀ ਗੱਲ ਨਾਲ ਸਹਿਮਤ ਹੋਵੇ ਜਾਂ ਨਹੀਂ। ਇਹ ਸੋਚ ਕੇ ਉਹ ਚੁੱਪ ਹੀ ਕਰ ਗਿਆ। ਆਪਣੇ ਘਰੇ ਆ ਕੇ ਤਾਂ ਉਸਨੇ ਆਪਣੀ ਪਤਨੀ ਨਾਲ ਕੋਈ ਗੱਲ ਨਹੀਂ ਕੀਤੀ, ਕਿਉਂਕਿ ਉਸੇ ਸਮੇਂ ਹੀ ਘਰ ਵਿੱਚ ਕਲੇਸ਼ ਪੈ ਜਾਣਾ ਸੀ। ਦਿੱਲੀ ਤੋਂ ਉਹ 8 ਦਿਨ ਲਈ ਪਿੰਡ ਵਿੱਚ ਰਹਿਣ ਆਇਆ ਸੀ, ਪਰ ਇਸ ਗੱਲ ਨੇ ਉਸਦੇ ਮਨ ਦਾ ਚੈਨ ਖੋਹ ਲਿਆ। ਘਰ ਆਉਂਦੇ ਸਾਰ ਹੀ ਉਸਨੇ ਆਪਣੀ ਪਤਨੀ ਨੂੰ ਕੱਪੜਿਆਂ ਨੂੰ ਬੈਗ ਵਿੱਚ ਪਾਉਣ ਲਈ ਕਿਹਾ। ਅਗਲੇ ਦਿਨ ਹੀ ਸਵੇਰੇ 6 ਵਜੇ ਆਪਣੀ ਗੱਡੀ ਵਿੱਚ ਦਿੱਲੀ ਲਈ ਰਵਾਨਾ ਹੋ ਗਿਆ। ਸਾਰੇ ਰਸਤੇ ਉਹ ਸੋਚੀ ਗਿਆ, ਕੀ ਕਰੇ ਕੀ ਨਾ ਕਰੇ। ਆਪਣੀ ਪਤਨੀ ਨਾਲ ਕਿਸ ਤਰ੍ਹਾਂ ਇਹ ਗੱਲ ਸਾਂਝੀ ਕਰੇ। ਉਹ ਘਰ ਵਿੱਚ ਕਲੇਸ਼ ਪੈਣ ਤੋਂ ਡਰਦਾ ਸੀ। ਇਸ ਗੱਲ ਲਈ ਉਸਦੀ ਪਤਨੀ ਸਹਿਮਤ ਹੋਵੇ ਜਾਂ ਨਾ, ਇਹ ਵੀ ਨਹੀਂ ਸੀ ਪਤਾ। 6 ਘੰਟੇ ਦਿੱਲੀ ਦਾ ਸਫ਼ਰ ਸੋਚਾਂ ਵਿੱਚ ਹੀ ਲੰਘ ਗਿਆ। ਘਰ ਪਹੁੰਚਿਆ ਤਾਂ ਉਹਨੇ ਆਪਣੀ ਪਤਨੀ ਨੂੰ ਸਿਰ ਦਰਦ ਦਾ ਬਹਾਨਾ ਲਾ ਕੇ ਕਮਰੇ ਵਿੱਚ ਪੈ ਗਿਆ। ਅਗਲੇ ਦਿਨ ਉਸਨੇ ਗੱਡੀ ਲੈ ਕੇ ਟੈਕਸੀ ਸਟੈਂਡ 'ਤੇ ਜਾਣਾ ਸੀ। ਇਸੇ ਤਰ੍ਹਾਂ ਹਰ ਰੋਜ਼ ਸੋਚਦੇ ਸੋਚਦੇ 3 ਦਿਨ ਗੁਜ਼ਰ ਗਏ। ਇੱਕ ਦਿਨ ਉਸਨੇ ਸ਼ਾਮ ਨੂੰ ਖਾਣਾ ਖਾਣ ਤੋਂ ਬਾਅਦ ਆਪਣੀ ਪਤਨੀ ਨੂੰ ਕੋਲ ਬਿਠਾਇਆ ਤੇ ਆਪਣੇ ਦੂਜੇ ਵਿਆਹ ਬਾਰੇ ਗੱਲ ਸ਼ੁਰੂ ਕੀਤੀ। ਪਾਲ ਕੌਰ ਆਪਣੇ ਪਤੀ ਦੇ ਮੂੰਹੋਂ ਇਹ ਗੱਲ ਸੁਣ ਕੇ ਤਾਂ ਸੁੰਨ ਹੋ ਕੇ ਬੈਠ ਗਈ। ਉਸਨੇ ਆਪਣੇ ਪੈਰਾਂ ਥੱਲਿਓਂ ਜ਼ਮੀਨ ਨਿਕਲਦੀ ਮਹਿਸੂਸ ਕੀਤੀ। ਇੰਨਾ ਵੱਡਾ ਫੈਸਲਾ ਇੱਕ ਦਿਨ ਤਾਂ ਨਹੀਂ ਲਿਆ ਜਾ ਸਕਦਾ ਸੀ। ਉਸਨੇ ਉਸ ਸਮੇਂ ਤੱਕ ਕੋਈ ਵੀ ਜਵਾਬ ਨਹੀਂ ਦਿੱਤਾ। ਉਸ ਦਿਨ ਉਹ ਸਾਰੀ ਰਾਤ ਬੇਚੈਨ ਰਹੀ। ਸਾਰੀ ਰਾਤ ਸੋਚਦੀ ਰਹੀ, ਕਿਸ ਤਰ੍ਹਾਂ ਉਹ ਆਪਣਾ ਸਿਰ ਦਾ ਤਾਜ ਇੱਕ ਹੋਰ ਔਰਤ ਨੂੰ ਸੌਂਪ ਦੇਵੇ। ਬਿਸਤਰੇ 'ਤੇ ਉਸਲ ਬੱਟੇ ਖਾਂਦੀ ਰਹੀ। ਇੰਨੇ ਨੂੰ ਦਿਨ ਚੜ੍ਹ ਗਿਆ,
ਪਤੀ ਲਈ ਨਾਸ਼ਤਾ ਤਿਆਰ ਕਰਨਾ, ਘਰ ਦੇ ਹੋਰ ਨਿੱਕੇ ਮੁੱਟੇ ਕੰਮ ਕਰਨੇ ਸੀ। ਉਹ ਰੋਜ਼ ਬੜੇ ਚਾਅ ਨਾਲ ਉੱਠਦੀ ਸੀ। ਉਸ ਦਿਨ ਉਹ ਆਪਣੇ ਆਪ ਨੂੰ, ਆਪਣੀ ਕਿਸਮਤ ਨੂੰ ਅੰਦਰੋਂ ਅੰਦਰੀ ਕੋਸੀ ਜਾ ਰਹੀ ਸੀ। ਅੱਜ ਉਸਨੇ ਆਪਣੇ ਪਰਮਾਤਮਾ 'ਤੇ ਵੀ ਗੁੱਸਾ ਆ ਰਿਹਾ ਸੀ। ਉਹਨੂੰ ਸਾਰੀ ਦੁਨੀਆ ਉੱਜੜਦੀ ਦਿਖਾਈ ਦੇ ਰਹੀ ਸੀ। ਉਸ ਦਾ ਮਨ ਇੰਨਾ ਬੇਚੈਨ ਸੀ ਕਿ ਖਾਣਾ ਬਣਾਉਣ ਵੇਲੇ ਵੀ ਉਸਨੂੰ ਕੁਝ ਸੁੱਝ ਨਹੀਂ ਸੀ ਰਿਹਾ। ਜਿਵੇਂ ਕਿਵੇਂ ਉਸਨੇ ਖਾਣਾ ਤਿਆਰ ਕਰ ਦਿੱਤਾ, ਉਸ ਦਾ ਪਤੀ ਆਪਣੇ ਕੰਮ 'ਤੇ ਚਲਾ ਗਿਆ। ਬੈਠੀ ਸੋਚ ਰਹੀ ਸੀ, ਮਰਦ ਵੀ ਕਿੰਨੇ ਛੇਤੀ ਆਪਣੇ ਫੈਸਲੇ ਬਦਲ ਲੈਂਦਾ ਹੈ। ਪਤੀ ਜਿਹੜਾ ਦਿਨ ਰਾਤ ਹਰ ਗੱਲ ਵਿੱਚ ਉਸਦੀ ਹਾਂ ਵਿੱਚ ਹਾਂ ਮਿਲਾਉਂਦਾ ਸੀ, ਅੱਜ ਉਸਨੂੰ ਤਿਆਗ ਕੇ ਨੰਨੇ ਵਾਰਸ ਲਈ ਦੂਜਾ ਵਿਆਹ ਕਰਵਾਉਣ ਲਈ ਤਿਆਰ ਹੋ ਚੁੱਕਾ ਹੈ। ਪਾਲ ਕੌਰ ਦਾ ਭਲਾ ਇਸ ਵਿੱਚ ਕੀ ਦੋਸ਼ ਸੀ? ਇੱਕ ਤਾਂ ਪਰਮਾਤਮਾ ਨੇ ਉਸਦੀ ਗੋਦ ਸੁੰਨੀ ਰੱਖੀ, ਦੂਜਾ ਹੁਣ ਉਸਦਾ ਪਤੀ ਵੀ ਇਸ ਤੋਂ ਪੱਲਾ ਛੁਡਵਾਉਣ ਲਈ ਫਿਰਦਾ ਹੈ। ਜਦੋਂ ਪਾਲ ਕੌਰ ਨੇ ਵੇਖਿਆ ਉਸਦਾ ਪਤੀ ਇਸ ਗੱਲ ਨੂੰ ਲੈ ਕੇ ਬੇਚੈਨ ਰਹਿੰਦਾ ਹੈ, ਤਾਂ ਉਹ ਉਸਦੇ ਦੂਜੇ ਵਿਆਹ ਲਈ ਰਾਜੀ ਹੋ ਗਈ। ਅਵਤਾਰ ਸਿੰਘ ਨੇ ਉਸਨੂੰ ਤਸੱਲੀ ਦੇਣ ਲਈ ਇਹ ਵਾਅਦੇ ਕੀਤੇ ਕਿ ਮੈਂ ਆਪਣੇ ਹਿੱਸੇ ਦੀ ਅੱਧੀ ਜ਼ਮੀਨ ਤੇਰੇ ਨਾਮ ਕਰਾ ਦਿੰਦਾ ਹਾਂ। ਪਾਲ ਕੌਰ ਨੂੰ ਭਰੋਸਾ ਦਿੱਤਾ ਕਿ ਉਹ ਸਾਰੀ ਉਮਰ ਤੇਰਾ ਸਾਥ ਦੇਵੇਗਾ। ਆਉਣ ਵਾਲੇ ਸਮੇਂ ਵਿੱਚ ਹਰ ਗੱਲ ਤੈਨੂੰ ਪੁੱਛ ਕੇ ਕੀਤੀ ਜਾਵੇਗੀ। ਇਹ ਮਾਣ ਸਤਿਕਾਰ ਮੈਂ ਇਸ ਤਰ੍ਹਾਂ ਹੀ ਕਾਇਮ ਰੱਖਾਂਗਾ। ਜਦੋਂ ਇਹ ਗੱਲ ਅਵਤਾਰ ਸਿੰਘ ਨੇ ਆਪਣੇ ਮਾਪਿਆਂ ਨਾਲ ਕੀਤੀ, ਬੜੇ ਖੁਸ਼ ਹੋਏ। ਇਹ ਅਵਤਾਰ ਸਿੰਘ ਲਈ ਗਰੀਬ ਘਰ ਦੀ ਕੁੜੀ ਲੱਭ ਲਈ ਤੇ ਉਸ ਨੂੰ ਵਿਆਹ ਕਰਵਾਉਣ ਲਈ ਪਿੰਡ ਬੁਲਾਇਆ। ਪਰ ਪਾਲ ਕੌਰ ਨੇ ਅਵਤਾਰ ਸਿੰਘ ਨੂੰ ਵਿਆਹ ਕਰਾਉਣ ਤੋਂ ਪਹਿਲਾਂ ਕੀਤੇ ਵਾਅਦੇ ਯਾਦ ਕਰਾਏ। ਅਵਤਾਰ ਸਿੰਘ ਨੇ ਇੱਕ ਵਾਅਦਾ ਤਾਂ ਉਸਦਾ ਵਿਆਹ ਕਰਾਉਣ ਤੋਂ ਪਹਿਲਾਂ ਹੀ ਪੂਰਾ ਕਰ ਦਿੱਤਾ। ਆਪਣੇ ਹਿੱਸੇ ਦੀ ਅੱਧੀ ਜ਼ਮੀਨ ਪਾਲ ਕੌਰ ਦੇ ਨਾਮ ਲਵਾ ਦਿੱਤੀ। ਬਾਕੀ ਵਾਅਦੇ ਤਾਂ ਉਸਨੇ ਆਉਣ ਵਾਲੇ ਸਮੇਂ ਵਿੱਚ ਪੂਰੇ ਕਰਨੇ ਸੀ। ਅਵਤਾਰ ਸਿੰਘ ਦਾ ਮਨਜੀਤ ਕੌਰ ਨਾਲ ਦੂਜਾ ਵਿਆਹ ਹੋ ਗਿਆ, ਪਰ ਵਿਆਹ ਤੋਂ ਬਾਅਦ ਪਾਲ ਕੌਰ ਨੂੰ ਉਸਨੇ ਆਪਣੇ ਮਾਪਿਆਂ ਕੋਲ ਛੱਡ ਦਿੱਤਾ। ਸਾਲ ਕੁ ਬਾਅਦ ਅਵਤਾਰ ਸਿੰਘ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਪਾਲ ਕੌਰ ਬੜੀ ਖੁਸ਼ ਹੋਈ। ਪਾਲ ਕੌਰ ਨੇ ਵੀ ਅਵਤਾਰ ਸਿੰਘ ਦੇ ਲੜਕੇ ਦੇ ਪਾਲਣ ਪੋਸ਼ਣ ਵਿੱਚ ਪੂਰਾ ਯੋਗਦਾਨ ਪਾਇਆ। ਪਾਲ ਕੌਰ ਜਦੋਂ ਪਿੰਡ ਰਹਿੰਦੀ ਸੀ ਤਾਂ ਉਹ ਆਪਣੀਆਂ ਜ਼ਿੰਮੇਵਾਰੀਆਂ ਸੱਸ ਸਹੁਰੇ ਪ੍ਰਤੀ ਨਿਭਾ ਰਹੀ ਸੀ। ਘਰ ਦਾ ਸਾਰਾ ਕੰਮਕਾਰ, ਵਿਰਧ ਮਾਪਿਆਂ ਦੀ ਸੇਵਾ ਉਹ ਬਹੁਤ ਬਾਖੂਬੀ ਨਾਲ ਨਿਭਾ ਰਹੀ ਸੀ। ਪਰ ਉਸਦੇ ਸੱਸ ਸਹੁਰੇ ਉਸ ਨਾਲ ਠੀਕ ਵਰਤੋਂ ਨਹੀਂ ਕਰਦੇ ਸੀ। ਉਹ ਉਸ ਨੂੰ ਹਰ ਸਮੇਂ ਕੌੜੀਆਂ ਨਜ਼ਰਾਂ ਨਾਲ ਝਾਕਦੇ, ਕਹਿ ਕੇ ਉਸਨੇ ਬਹੁਤ ਵੱਡਾ ਕੋਈ ਪਾਪ ਕਰ ਦਿੱਤਾ। ਉਹ ਅਵਤਾਰ ਸਿੰਘ ਨੂੰ ਕੀਤੇ ਵਾਅਦੇ ਯਾਦ ਕਰਾ ਦਿੰਦੀ ਸੀ। 6 ਮਹੀਨੇ ਉਹ ਆਪਣੇ ਪਤੀ ਕੋਲ ਚਲੀ ਜਾਂਦੀ, ਜੇ 6 ਮਹੀਨੇ ਮਨਜੀਤ ਪਿੰਡ ਸਹੁਰੇ ਘਰ ਰਹਿੰਦੀ। ਮਨਜੀਤ ਦੇ ਸੱਸ ਸਹੁਰਾ ਉਸਨੂੰ ਬਹੁਤ ਪਿਆਰ ਕਰਦੇ। ਮਨਜੀਤ ਭਾਵੇਂ ਪਾਲ ਕੌਰ ਦੇ ਮੁਕਾਬਲੇ ਕੁਝ ਵੀ ਨਹੀਂ ਸੀ, ਨਾ ਸੁੰਦਰ, ਨਾ ਸਮਝਦਾਰ, ਨਾ ਕੋਈ ਉਸਨੂੰ ਕੰਮ-ਕਾਰ ਚੰਗੀ ਤਰ੍ਹਾਂ ਕਰਨਾ ਆਉਂਦਾ ਸੀ, ਪਰ ਫਿਰ ਵੀ ਉਸਦੇ ਸਹੁਰੇ ਪਰਿਵਾਰ ਵਿੱਚ ਕਦਰ ਸੀ। ਸੱਚ ਸਿਆਣਿਆਂ ਨੇ ਕਿਹਾ ਹੈ, ਜੇ ਰੂਪ ਰੋਂਦੇ ਨੇ ਤੇ ਕਰਮ ਖਾਂਦੇ ਨੇ। ਬਸ ਗੱਲ ਇਹੀ ਸੀ ਕਿ ਉਸਨੇ ਉਹਨਾਂ ਨੂੰ ਵਾਰਸ ਦੇ ਦਿੱਤਾ ਸੀ। 2 ਕੁ ਸਾਲਾਂ ਬਾਅਦ ਅਵਤਾਰ ਸਿੰਘ ਦੇ ਘਰ ਇੱਕ ਹੋਰ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਂ ਉਹਨਾਂ ਨੇ ਦਮਨ ਰੱਖਿਆ। ਵੱਡੇ ਪੁੱਤਰ ਦਾ ਨਾਮ ਗਗਨ ਰੱਖਿਆ ਸੀ। ਹੁਣ ਤਾਂ ਉਹਨਾਂ ਦੀ ਕੋਈ ਖੁਸ਼ੀ ਦਾ ਟਿਕਾਣਾ ਹੀ ਨਹੀਂ ਸੀ। 4 ਕੁ ਸਾਲ ਤਾਂ ਅਵਤਾਰ ਸਿੰਘ ਨੇ ਆਪਣੀ ਪਤਨੀ ਪਾਲ ਕੌਰ ਦੀ ਬੜੀ ਪੁੱਛ ਪ੍ਰਤੀਤ ਕੀਤੀ। ਇਸ ਤੋਂ ਬਾਅਦ ਉਸਨੇ ਉਸਦੀ ਪਰਵਾਹ ਕਰਨੀ ਛੱਡ ਦਿੱਤੀ। ਉਸ ਤੋਂ ਬਾਅਦ ਉਸਨੇ ਉਸਨੂੰ ਪੱਕੇ ਤੌਰ 'ਤੇ ਪਿੰਡ ਰਹਿਣ ਲਈ ਛੱਡ ਦਿੱਤਾ। ਸਾਰਾ ਦਿਨ ਘਰ ਦਾ ਕੰਮ, ਖੇਤਾਂ ਦਾ ਕੰਮ ਤੇ ਪਸ਼ੂਆਂ ਦਾ ਕੰਮ ਆਦਿ ਕਰਦੀ, ਪਰ ਫਿਰ ਵੀ ਉਸਦੇ ਸੱਸ ਸਹੁਰਾ ਖੁਸ਼ ਨਹੀਂ ਸਨ। ਇੰਝ ਸਮਾਂ ਬੀਤਦਾ ਰਿਹਾ। ਅਵਤਾਰ ਸਿੰਘ ਦੇ ਵੱਡੇ ਪੁੱਤਰ ਗਗਨ ਤੇ ਛੋਟੇ ਪੁੱਤਰ ਦਮਨ ਦਾ ਵਿਆਹ ਵੀ ਹੋ ਚੁੱਕਾ ਸੀ। ਉਹ ਤਾਂ ਆਪਣੀਆਂ ਪਤਨੀਆਂ ਨੂੰ ਲੈ ਕੇ ਦਿੱਲੀ ਵਿਖੇ ਹੀ ਅਲੱਗ-ਅਲੱਗ ਰਹਿਣ ਲੱਗ ਪਏ। ਅਵਤਾਰ ਸਿੰਘ ਵੀ ਆਪਣੀ ਪਤਨੀ ਮਨਜੀਤ ਕੌਰ ਨਾਲ ਪਿੰਡ ਆ ਕੇ ਰਹਿਣ ਲੱਗ ਪਿਆ। ਹੁਣ ਉਹ ਵਾਰਸ ਜਿਨ੍ਹਾਂ ਲਈ ਅਵਤਾਰ ਸਿੰਘ ਨੇ ਪਾਲ ਕੌਰ ਨੂੰ ਦੁਖੀ ਕਰਕੇ ਵਿਆਹ ਕਰਵਾਇਆ ਸੀ, ਉਹ ਲੜਕੇ ਵੀ ਹੁਣ ਅਵਤਾਰ ਸਿੰਘ ਤੋਂ ਅਲੱਗ ਰਹਿਣ ਲੱਗ ਪਏ ਹਨ। ਹੁਣ ਅਵਤਾਰ ਸਿੰਘ ਵੀ ਪਿੰਡ ਵਿੱਚ ਉਹ ਪਾਲ ਕੌਰ ਤੋਂ ਅਲੱਗ ਆਪਣੀ ਦੂਜੀ ਪਤਨੀ ਮਨਜੀਤ ਕੌਰ ਨਾਲ ਰਹਿੰਦਾ ਸੀ। ਪਾਲ ਕੌਰ ਕਾਫੀ ਬਿਰਧ ਹੋ ਚੁੱਕੀ ਸੀ। ਉਹ ਬਹੁਤ ਬਿਮਾਰ ਰਹਿੰਦੀ ਸੀ। ਬਹੁਤ ਔਖੀ ਹੋ ਕੇ ਉਹ ਆਪਣੇ ਖਾਣ ਲਈ ਆਪਣਾ ਖਾਣਾ ਤਿਆਰ ਕਰਦੀ ਸੀ। ਪਾਲ ਕੌਰ ਦੇ ਪਤੀ ਅਵਤਾਰ ਸਿੰਘ ਨੇ ਕੋਈ ਉਸਦੀ ਦੇਖਭਾਲ ਨਹੀਂ ਕੀਤੀ, ਭਾਵੇਂ ਉਹ ਉਸੀ ਕੋਠੀ ਦੇ ਵਿੱਚ ਹੀ ਰਹਿੰਦਾ ਸੀ।
ਉਸ ਦੀ ਸੌਕਣ ਮਨਜੀਤ ਕੌਰ ਨੇ ਤਾਂ ਉਸਨੂੰ ਪੁੱਛਣਾ ਹੀ ਕੀ ਸੀ ਕਿ ਹੁਣ ਉਹ ਆਪਣਾ ਤਾਜ ਮਨਜੀਤ ਨੂੰ ਦੇ ਚੁੱਕੀ ਸੀ। ਇੱਕ ਦਿਨ ਜਦੋਂ ਉਹਨਾਂ ਨੇ ਦੇਖਿਆ ਪਾਲ ਕੌਰ ਅੱਜ ਕਮਰੇ ਤੋਂ ਬਾਹਰ ਨਹੀਂ ਆਈ ਤਾਂ ਉਸ ਦਾ ਪਤੀ ਉਸਨੂੰ ਦੇਖਣ ਲਈ ਆਇਆ। ਪਾਲ ਕੌਰ ਆਪਣੇ ਸੀਨੇ ਦਾ ਦਰਦ ਲੈ ਕੇ ਦੁਨੀਆ ਤੋਂ ਬਹੁਤ ਦੂਰ ਜਾ ਚੁੱਕੀ ਸੀ। ਅਵਤਾਰ ਸਿੰਘ ਤੇ ਮਨਜੀਤ ਕੌਰ ਇੰਜ ਮਹਿਸੂਸ ਕਰ ਰਹੇ ਸਨ ਜਿਵੇਂ ਕਿ ਪਾਲ ਕੌਰ ਉਹਨਾਂ ਤੋਂ ਕੀਤੇ ਵਾਅਦਿਆਂ ਨੂੰ ਯਾਦ ਕਰਾ ਰਹੀ ਹੋਵੇ। ਧੰਨਵਾਦ ਜੀ। ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਲਾਈਕ ਕਰਨਾ, ਸ਼ੇਅਰ ਕਰਨਾ ਤੇ ਕਮੈਂਟ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ। ਧੰਨਵਾਦ ਜੀ।